ਯਕੀਨ ਕਰੋ ਜਿਹੜੇ ਬੰਦੇ ਨੂੰ ਤਕਲੀਫ ਹੁੰਦੀ ਹੈ ਨਾ, ਭਾਵੇਂ ਉਹਨੂੰ ਕੰਡਾ ਵੱਜ ਜਾਵੇ ਤੇ ਉਹ ਤਕਲੀਫ ਉਹਦੀ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ। ਮੇਰੀ ਆ ਬੈਕਬੋਨ ਨੂੰ ਮਸਲਾ ਬਣਿਆ, ਮੈਂ ਇੱਕ ਦਫਾ ਥੋੜਾ ਵਜ਼ਨ ਚੁੱਕ ਬੈਠਾ ਤੇ ਮੈਂ ਪੂਰਾ ਮਹੀਨਾ ਮੰਜੀ ਤੇ ਪਿਆ ਰਿਹਾ ਤੇ ਜਿਹੜੀਆਂ ਹੱਡੀਆਂ ਦੀ ਬਿਮਾਰੀਆਂ ਨੇ, ਵਲਾਵਾਂ ਪੈ ਜਾਣਾ, ਕੋਈ ਵਜ਼ਨ ਚੁੱਕਦਿਆਂ ਮਸਲਾ ਬਣ ਜਾਣਾ। ਇਸ ਤਰ੍ਹਾਂ ਹੀ ਮੈਂ ਜਦੋਂ ਇਹਨਾਂ ਕੋਲ ਆਇਆ ਨਾ ਕਾਰੀ ਸਾਹਿਬ ਕੋਲ, ਇਹਨਾਂ ਕੋਲ 2-3 ਮਰੀਜ਼ ਪਹਿਲੇ ਬੈਠੇ ਹੋਏ ਸੀ। ਇੱਕ ਸੀੜੀਆਂ ਤੋਂ ਡਿੱਗਿਆ ਸੀ, ਇੱਕ ਬੰਦੇ ਨੇ ਵਜ਼ਨ ਚੁੱਕਿਆ ਸੀ, ਉਹ ਮਾਸ਼ਾਅੱਲਾ ਮੇਰੇ ਸਾਹਮਣੇ ਇਹਨਾਂ ਨੇ ਉਹਨਾਂ ਨੂੰ ਕੀ ਕਰਦੇ ਤੁਸੀਂ ਕਾਇਰੋਪ੍ਰੈਕਟਿਸ ਕਰਦੇ ਨੇ ਤੇ ਉਹ ਕੀਤਾ ਤੇ ਉਹ ਮਾਸ਼ਾਅੱਲਾ ਠੀਕ ਹੋ ਗਿਆ। ਮੈਂ ਕਈ ਦਫਾ ਇਹਨਾਂ ਕੋਲ ਮਰੀਜ਼ ਭੇਜੇ ਨੇ ਤੇ ਅੱਜ ਮੇਰੇ ਆ ਵੀਰ यूके तो तशरीफ लैके आए ने। अस्सलाम वालेकुम सर। वालेकुम सलाम जनाब। की हाल है जनाब? जी अल्हम्दुलिल्लाह जी बेहतर। ते की ਤੁਹਾਨੂੰ ਮਸਾਇਲ ਪੈਦਾ ਜੀ ਬਿਲਕੁਲ, ਇੱਕ ਤਾਂ ਮੈਨੂੰ ਬੈਕ ਪ੍ਰੋਬਲਮ ਸੀ, ਦੂਸਰਾ ਮੇਰੇ ਨੀ ਦਾ ਪ੍ਰੋਬਲਮ ਸੀ। ਬਚਪਨ ਚ ਕਬੱਡੀ ਖੇਡਦੇ ਰਹੇ ਤਾਂ ਲਿਗਮੈਂਟਸ ਵਗੈਰਾ ਬ੍ਰੋਕਨ ਸਨ। ਹਾਂਜੀ। ਤੇ ਪਹਿਲੇ ਬਿਲਕੁਲ ਚੱਲਿਆ ਨਹੀਂ ਸੀ ਜਾਂਦਾ और नमाज पढ़न लग गया, नीचे रुकू जान लगे, बड़ी तकलीफ होंदी सी। अल्हम्दुलिल्लाह कारी साहब को दूसरी दफ़ा आए हैं, पहली दफ़ा आए तकरीबन 50% ਉਹਦੇ ਵਿੱਚ ਹੀਲਿੰਗ ਹੋ ਗਈ ਸੀ और दोबारा हाज़र होए तो अल्हम्दुलिल्लाह हुण मैं चल फिर सकना, सीधे तरीके नाल नमाज भी पढ़ सकना, रुकू भी जा सकना और सजदे तो उठन लग्या भी कोई तकलीफ नहीं होंदी। और मैं अल्हम्दुलिल्लाह सैटिस्फाइड हाँ और बहुत ज़बरदस्त इन्होंने जिहड़ा ना जी कायरोप्रैक्टिस की शक्ल दे विच इन्हां इलाज कीता है ते अल्हम्दुलिल्लाह शिफा दित्ती अल्लाह ने। ਇਹ ਤੁਸੀਂ ਕੋਈ ਪੇਨ ਕਿਲਰ ਵਗੈਰਾ ਵੀ ਲੈ ਰਹੇ ਜੀ? पहले लैंदा सा पेन किलर वगैरह बहुत हैवी किस्म दी डॉक्टर ने लिखियां सी, लेकिन हुण अल्हम्दुलिल्लाह अज तक कोई पेन किलर नहीं लै रहा मैं। ਸਰ ਇਹ ਜਿਹੜਾ ਪ੍ਰੋਬਲਮ ਹੁੰਦੀ ਹੈ ਨਾ ਜੋੜਾਂ ਦੀ ਜਾਂ ਕੋਈ ਵੀ ਪ੍ਰੋਬਲਮ ਹੈ, ਮੈਂ ਇਹਦੇ ਵਿੱਚ ਪੇਨ ਕਿਲਰ ਖਾ ਕੇ ਵੇਖੀ ਹੈ। ਪੇਨ ਕਿਲਰ ਵੀ ਮੁਕੰਮਲ ਤੁਹਾਨੂੰ ਉਹਦੇ ਤੋਂ ਨਾ ਅਫਾਕਾ ਨਹੀਂ ਹੁੰਦਾ ਉਸ ਪੇਨ ਤੋਂ ਜਾਂ ਉਸ ਦਰਦ ਤੋਂ। ਜਿੰਨੀ ਦੇਰ ਮੇਰੇ ਭਾਈ ਹੱਡੀ ਦੀ ਐਡਜਸਟਮੈਂਟ ਨਾ ਹੋਏਗੀ ਉਨੀ ਦੇਰ ਸ਼ਿਫਾ ਨਹੀਂ ਹੁੰਦੀ, ਸਕੂਨ ਨਹੀਂ ਹੁੰਦਾ। ਜਿਸ ਤਰ੍ਹਾਂ ਇਹ ਕੋਨੀ ਦੀ ਹੱਡੀ ਨਿਕਲ ਜਾਏ ਨਾ ਤੇ ਇਹ ਆਪਣੀ ਜਗ੍ਹਾ ਤੇ ਜਿੰਨੀ ਦੇਰ ਜਾਏ ਨਾ ਉਨੀ ਦੇਰ ਜਿੰਨੀਆਂ ਮਰਜ਼ੀ ਦਵਾਈਆਂ ਖਾ ਲਓ ਉਹ ਨਾਕਸ ਨੇ, ਨਕਾਰਾ ਨੇ। ਜਦੋਂ ਹੱਡੀ ਆਪਣੀ ਜਗ੍ਹਾ ਤੇ ਚਲੀ ਜਾਏਗੀ ਨਾ ਉਸ ਤੋਂ ਬਾਅਦ ਹੀ ਦਵਾਈ ਅਸਰ ਕਰੇਗੀ, ਉਦੋਂ ਪਹਿਲੇ ਦਵਾਈ ਅਸਰ ਨਹੀਂ ਕਰੇਗੀ। ਇਸੇ ਤਰ੍ਹਾਂ ਹੀ ਮੋਹਰਿਆਂ ਦਾ ਮਸਲਾ ਹੈ, ਜਦੋਂ ਦਵਾਈ ਅਸਰ ਇਸ ਵਜ੍ਹਾ ਤੋਂ ਨਹੀਂ ਕਰਦੀ ਕਿ ਆਪਣੀ ਹੱਡੀ ਜਗ੍ਹਾ ਤੇ ਹੀ ਨਹੀਂ ਹੈ। ਜਦੋਂ ਹੱਡੀ ਆਪਣੀ ਜਗ੍ਹਾ ਤੇ ਜਾਏਗੀ ਉਦੋਂ ਡਾਕਟਰ ਦੀ ਦਵਾਈ ਹੋਵੇ ਚਾਹੇ ਹਕੀਮ ਦੀ ਦਵਾਈ ਹੋਵੇ ਅਸਰ ਬਾਅਦ ਚ ਹੀ ਕਰਨਾ। ਅੱਛਾ, ਕਾਫੀ ਮਰੀਜ਼ ਇਹਨਾਂ ਕੋਲ ਭੇਜੇ ਨੇ। ਉਸ ਤੋਂ ਇਲਾਵਾ ਇਹਨਾਂ ਕੋਲ ਇੱਕ ਮਾਲਿਸ਼ ਵਾਸਤੇ ਤੇਲ ਹੁੰਦਾ ਹੈ ਜਿਹੜੇ ਜੁਆਇੰਟਸ ਦੇ ਵਿੱਚ ਜਿਵੇਂ ਚਰਬੀ ਬਣ ਜਾਂਦੀ ਹੈ ਨਾ, ਉਹਨਾਂ ਦੀ ਵਜ੍ਹਾ ਤੋਂ ਵੀ ਪੇਨ ਸਟਾਰਟ ਹੋ ਜਾਂਦੀ। ਉਹਦੇ ਵਾਸਤੇ ਵੀ ਉਹ ਕਾਫੀ ਫਾਇਦੇਮੰਦ ਤੇਲ ਹੈ ਤੇ ਇਹ ਪੈਸੇ ਵੀ ਬਿਲਕੁਲ ਥੋੜੇ ਚਾਰਜ ਕਰਦੇ ਨੇ, ਬਿਲਕੁਲ ਫੀਸ ਬਿਲ ਵਾਲਾ ਹਿਸਾਬ ਹੈ। ਕਾਰੀ ਸਾਹਿਬ ਤੁਸੀਂ ਆਪਣੀ ਜ਼ੁਬਾਨ ਤੋਂ ਦੱਸ ਦਿਓ ਕਿੰਨੇ ਕੁ ਪੈਸੇ ਚਾਰਜ ਕਰਦੇ ਜੇ ਕੋਈ ਗਰੀਬ ਬੰਦਾ ਆਉਣਾ ਚਾਹਵੇ। ਲੋਕ ਤਾਂ ਬੜੇ ਮਜਬੂਰ ਹੋਏ ਪਏ ਨੇ, ਜਿਹੜੇ ਫਿਜ਼ੀਸ਼ੀਅਨ ਨੇ, ਜਿਹੜੇ ਡਾਕਟਰ ਨੇ, ਇੰਨੇ ਨਹੀਂ ਜ਼ਿਆਦਾ ਫੀਸ ਲੈਂਦੇ ਨੇ, ਬੰਦਾ ਉਹਨਾਂ ਤੋਂ ਜਾਣ ਤੋਂ ਵੀ ਕਹਿੰਦਾ ਵੀ ਬਸ ਘਰ ਹੀ ਪਿਆ ਰਵੇ ਤੇ ਗੋਲੀ ਖਾ ਛੱਡੀ। ਮੈਂ ਜੀ ਖਿਦਮਤ ਖਲਕ ਕਰਨਾ ਜੀ, ਮੈਂ ਜ਼ਿਆਦਾ ਪੈਸੇ ਚਾਰਜ ਨਹੀਂ ਕਰਦਾ। ਮੈਂ ਸਿਰਫ 1000 ਤੋਂ 1500 ਰੁਪਏ ਲੈਣਾ ਵਾ, ਉਹ ਵੀ ਉਸ ਸੂਰਤ ਚ ਲੈਣਾ ਵਾ ਕਿ ਜਿਹੜੀ ਮੈਂ ਉਹਨਾਂ ਨੂੰ ਆਇਲ ਦੇਣਾ ਜਾਂ ਦਵਾਈ ਦੀ ਜ਼ਰੂਰਤ ਪੈ ਜੇ ਦਵਾਈ ਦੇਣੀ ਨਾ, ਤੇ ਉਹ ਵੀ ਸਿਰਫ ਉਸ ਵਜ੍ਹਾ ਤੋਂ 1000 ਤੋਂ 1500 ਰੁਪਏ। ਕੋਈ ਮਾੜਾ ਹੋਵੇ ਤੇ ਭਾਈ ਕਿਸੇ ਕੋਲ ਨਹੀਂ ਵੀ ਲਈ ਤੇ ਕੋਈ ਵੱਡੀ ਗੱਲ ਨਹੀਂ ਹੈ, ਲੇਕਿਨ ਮੈਂ 1000-1500 ਤੋਂ ਜ਼ਿਆਦਾ ਪੈਸੇ ਚਾਰਜ ਨਹੀਂ ਕਰਦਾ। ਉਹ ਵੀ ਜਿਹੜੀ ਚੀਜ਼ ਦੇਣੀ ਹੈ ਉਹਦੇ ਹੀ ਲੈਣਾ ਪੈਸੇ, ਆਪਣੀ ਮਿਹਨਤ ਦੇ ਪੈਸੇ ਵੀ ਨਹੀਂ ਲੈਂਦਾ। ਜਿਹੜਾ ਮੈਂ ਦਮ ਕਰਨਾ, ਅੱਲਾ ਦੀ ਕਲਾਮ ਵੀ ਨਾਲ ਪੜ੍ਹਨਾ, ਮੈਂ ਉਹਦੇ ਵੀ ਪੈਸੇ ਨਹੀਂ ਲੈਂਦਾ। ਹਾਂਜੀ ਭਾਈਜਾਨ, ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦੇਵਾਂ। ਅਗਰ ਕਿਸੇ ਦੀ ਡਿਸਕ ਬਲਜ ਹੋਈ ਹੈ, ਕਿਸੇ ਦਾ ਮੋਹਰਾ ਹਿੱਲਿਆ, ਇਹ ਕੋਈ ਇਹਦੇ ਵਿੱਚ ਐਡੀ ਕੋਈ ਮੰਤਕ ਵਾਲੀ ਚੀਜ਼ ਨਹੀਂ ਹੁੰਦੀ ਵੀ ਇਹ ਹੋ ਹੀ ਨਹੀਂ ਸਕਦਾ, ਕਿਉਂਕਿ ਇਹਦੀ ਇੱਕ ਐਕਸਰਸਾਈਜ਼ ਹੁੰਦੀ ਹੈ, ਇਹਨਾਂ ਪ੍ਰੈਕਟਿਸ ਕੀਤੀ ਹੋਈ ਹੈ, ਇਹਨਾਂ ਸਿੱਖਿਆ ਹੋਇਆ ਹੈ। ਜਦੋਂ ਉਹਨੇ ਆਪਣੀ ਜਗ੍ਹਾ ਤੇ ਹੋ ਜਾਣਾ ਤੁਹਾਡੀ ਤਕਲੀਫ ਹੈ ਜਿਹੜੀ ਖਤਮ ਹੋ ਜਾਣੀ। ਇੱਕ ਚੀਜ਼ ਹੁੰਦਾ ਨਾ ਉਹ ਟੁੱਟ ਜਾਂਦੀ ਹੈ, ਉਹਦਾ ਇਲਾਜ ਹੋਰ ਟਾਈਪ ਦਾ, ਜਿਵੇਂ ਹੱਡੀ ਟੁੱਟ ਗਈ ਹੈ ਤਾਂ ਉਹ ਜਿੰਨੀ ਦੇਰ ਹੱਡੀ ਜੋੜਦੀ ਨਹੀਂ ਦੀ ਉਹ ਤੁਹਾਨੂੰ ਉਹਦਾ ਸਕੂਨ ਨਹੀਂ ਹੁੰਦਾ। ਉਸੇ ਤਰ੍ਹਾਂ ਜਦੋਂ ਇਹ ਇੱਕ ਮੋਹਰਾ ਆਪਣੀ ਜਗ੍ਹਾ ਤੋਂ ਹਿੱਲ ਜਾਂਦਾ ਜਾਂ ਡਿਸਕ ਜਿਹੜੀ ਸਲਿੱਪ ਹੋ ਜਾਂਦੀ, ਉਹਨੂੰ ਡਾਕਟਰੀ ਜ਼ਬਾਨ ਦੇ ਵਿੱਚ ਹਾਂਜੀ ਡਿਸਕ ਪ੍ਰੋਬਲਮ ਜਿਹੜੇ ਨਾ ਜੀ ਸਪਾਈਨਲ ਕਾਰਡ ਦਾ ਕੋਈ ਪ੍ਰੋਬਲਮ ਹੋਵੇ ਤੇ ਮੇਰੇ ਹਿਸਾਬ ਦੇ ਵਿੱਚ ਇਹ ਬਹੁਤ ਅੱਛਾ ਇਲਾਜ ਕਰ ਸਕਦੇ ਨੇ। ਹਾਂਜੀ, ਜੁਆਇੰਟਸ ਦੇ ਕੋਈ ਦਰਦ ਹੋਵੇ, ਨੀ ਪ੍ਰੋਬਲਮ ਹੈ, ਵੀ ਗਰ ਬੈਕ ਲੋਅਰ ਪ੍ਰੋਬਲਮ, ਅਪਰ ਬੈਕ ਪ੍ਰੋਬਲਮ, you can sort it out at any cost. So if people are listening in abroad around the world who understand English, basically I come from UK just because of I had a knee problem, I had a back problem, so he sorted out within the second appointment. So alhamdulillah I'm satisfied. So if you do have any problem, spinal cord problem, or you got a knee problem or a lower or upper back problem, please do contact him. I personally recommend him as a chiropractor, what we call it. So really appreciate for his courage and his treatment. The way he does treat, it's very good. ਸਰ ਵੈਸੇ ਤੁਸੀਂ ਸਾਡੇ ਵੇਖਣ ਵਾਲਿਆਂ ਨੂੰ
ਥੋੜਾ ਜਿਹਾ ਉਹਨਾਂ ਨੂੰ ਵੀ ਸ਼ੋਰ ਪੈਦਾ ਹੋ ਜਾਏਗਾ। ਫੋਰਨ ਕੰਟਰੀਜ਼ ਦੇ ਵਿੱਚ ਵੀ ਇਹ ਚੀਜ਼ ਦੀ ਡਿਮਾਂਡ ਹੈ ਜੀ ਬਹੁਤ ਜ਼ਿਆਦਾ ਹੈ। ਜਿਹੜੇ ਹਸਪੀਟਲ ਦੇ ਵਿੱਚ ਜਦੋਂ ਡਾਕਟਰ ਤੁਹਾਨੂੰ ਪੇਨ ਕਿਲਰ ਦਿੰਦਾ ਹੈ ਨਾ ਜੀ, ਸਭ ਤੋਂ ਪਹਿਲੇ ਰੈਫਰ ਕਰਦਾ ਹੈ ਜਸਟ ਗੋ ਟੂ ਸੀ ਕਾਇਰੋਪ੍ਰੈਕਟਿਸ, ਜਿਹੜੀ ਕਿ ਸਾਡੇ ਜ਼ਬਾਨ ਤਿੱਬੇ ਜਰਾਹੀ ਜਿਹਨੂੰ ਕਹਿੰਦੇ ਨੇ, ਜਾਂ ਜਿਹੜੇ ਸਾਡੇ ਕਾਰੀ ਸਾਹਿਬ ਨੇ ਵੀ ਇਹ ਚੀਜ਼ ਦੇ ਹਾਸਲ ਕੀਤੀ ਹੈ ਉਹ ਤਾਲੀਮ। ਔਰ ਉਹ ਕਾਇਰੋਪ੍ਰੈਕਟਿਸ ਦੇ ਨਾਲ ਹੁੰਦਾ ਹੈ ਕਿ ਤੁਹਾਡੇ ਜਿਸਮ ਦੇ ਵਿੱਚ ਅਗਰ ਕੋਈ ਨਰਵ ਟਰੈਪ ਹੋ ਜਾਂਦੀ ਹੈ ਔਰ ਜਾਂ ਤੁਹਾਡੇ ਮੋਹਰੇ ਜਿਹੜੇ ਨਾ ਜੀ ਡਿਸਪਲੇਸ ਹੋ ਜਾਂਦੇ ਨੇ, ਉਹ ਉਹਨਾਂ ਨੂੰ ਸੌਰਟ ਆਊਟ ਕਰਨ ਲਈ ਕਾਇਰੋਪ੍ਰੈਕਟਿਸ ਹੀ ਸਭ ਤੋਂ ਅੱਛਾ ਇਲਾਜ ਹੈ। ਬਿਲਕੁਲ। ਅਗਰ ਕਿਸੇ ਦੀ ਨਰਵ ਦੱਬ ਗਈ ਹੈ, ਜਿੰਨੀ ਦੇਰ ਉਹਦੇ ਤੋਂ ਇਨਵੋਲਵ ਰਹਿ ਗਈ ਉਧਰ, ਉਨੀ ਦੇਰ ਤੁਹਾਡੀ ਜਿਹੜੀ ਬਲੱਡ ਦੀ ਸਰਕੂਲੇਸ਼ਨ ਹੈ ਨਾ, ਕਿਉਂਕਿ ਉਹ ਰੁਕ ਜਾਂਦੀ ਹੈ। ਇਸ ਵਾਸਤੇ ਉਹਨਾਂ ਚੀਜ਼ਾਂ ਦੇ ਵਾਸਤੇ ਸਭ ਤੋਂ ਅੱਛਾ ਇਲਾਜ ਕਾਇਰੋਪ੍ਰੈਕਟਿਸ ਹੀ ਹੈ। ਸਾਡੇ ਕੋਲ ਮਾਸ਼ਾਅੱਲਾ ਕਾਫੀ ਸਾਰੇ ਲੋਕ ਨੇ, ਹੁਣ ਵੀ ਬੈਠੇ ਹੋਏ ਨੇ, ਲੇਕਿਨ ਅਗਰ ਅਸੀਂ ਸਾਰਿਆਂ ਦੇ ਓਪੀਨੀਅਨ ਲਈਏ ਤਾਂ ਫਿਰ ਕਾਫੀ ਜ਼ਿਆਦਾ ਲੰਬੀ ਵੀਡੀਓ ਹੋ ਜਾਏਗੀ। ਕਾਰੀ ਸਾਹਿਬ ਤੁਸੀਂ ਆਪਣੇ ਲੋਕੇਸ਼ਨ ਹੈ ਜਿਹੜੀ ਉਹ ਵੀ ਸ਼ੇਅਰ ਕਰ ਦਿਓ ਦੋਸਤਾਂ ਨਾਲ, ਤੇ ਆਪਣਾ ਜਿਹੜਾ ਫੋਨ ਨੰਬਰ ਹੈ ਉਹ ਵੀ ਸ਼ੇਅਰ ਕਰ ਦਿਓ ਪਲੀਜ਼। 0301 40 48 874, ਰਾਈਮੰਡ ਤੋਂ ਕਸੂਰ ਰੋਡ, ਰਾਜਾ ਜੰਗ ਨਜ਼ਦ ਅਜਵਾ ਬੇਕਰੀ। ਸਾਡੇ ਨਾਲ ਚੌਧਰੀ ਸਾਹਿਬ ਬੈਠੇ ਨੇ, ਯੂਨਸ ਕੋਟੀਆ ਸਾਹਿਬ, ਇਹਨਾਂ ਦੇ ਭਾਈ ਨੇ, ਕਜ਼ਨ ਨੇ, ਤੇ ਇਹ ਸੈਟਅਪ ਹੈ ਜਿਹੜਾ ਡੇਰਾ ਇਹਨਾਂ ਨੇ ਬਣਾਇਆ ਹੋਇਆ ਕਲੀਨਿਕ ਦਾ ਨਾਲ ਹੀ ਹੈ, ਤੇ ਜਿੰਨੇ ਲੋਕ ਇੱਥੇ ਆਉਂਦੇ ਨੇ ਸਾਰਿਆਂ ਨੇ ਵੇਖਦੇ ਵੀ ਰਹਿੰਦੇ ਨੇ। ਮਾਸ਼ਾਅੱਲਾ ਜੀ, ਲੋਕ ਬਹੁਤ ਜ਼ਿਆਦਾ ਆਉਂਦੇ ਨੇ, ਬਲੋਚਿਸਤਾਨ ਤੋਂ, ਰੇਮੀਆਰ ਖਾਂ ਤੋਂ, ਕਰਾਚੀ ਤੋਂ, ਖੈਬਰ ਪਖਤੂਨਖਵਾ। ਸੰਡੇ ਵਾਲੇ ਦਿਨ ਜੀ ਮੈਂ ਫੋਨ ਕਰਾਂ ਅਹਿਮਦ ਭਾਈ ਕਿੱਥੇ ਹੋ, ਭਾਈ ਬਸ ਟਾਈਮ ਨਹੀਂ ਹੈਗਾ, ਇੰਨੀ ਮਤਲਬ ਲੋਕ ਆਉਂਦੇ ਨੇ ਇੰਨੇ ਜ਼ਿਆਦਾ, ਤੇ ਕਾਫੀ ਲੋਕ ਨਾਮੀ ਗ੍ਰਾਮੀ ਲੋਕ ਵੀ ਆਉਂਦੇ ਨੇ, ਜਿਹੜੇ ਕਈ ਐਸੇ ਲੋਕ ਹੁੰਦੇ ਨੇ ਕਹਿੰਦੇ ਯਾਰ ਸਾਨੂੰ ਮਤਲਬ ਵੀਡੀਓ ਸ਼ੂਡੀਓ ਨਾ ਬਣਾਇਆ ਜੇ, ਅਸੀਂ ਨਹੀਂ ਬਣਾਣੀ। ਕਈ ਲੋਕ ਵਾਈਟ ਕਰਦੇ ਨੇ, ਮਾਮਲਾਤ ਨੇ ਉਹਨਾਂ ਦੇ ਸਿਆਸੀ ਮਾਮਲਾਤ ਨੇ, ਬੜੇ ਅੱਛੇ ਲੋਕ, ਪੜ੍ਹੇ ਲਿਖੀ ਫੈਮਲੀਆਂ ਵੀ ਆਉਂਦੀਆਂ ਨੇ। ਘਰ ਮੇਰੇ ਮਾਮੀ ਕਰਦੇ ਨੇ ਔਰਤਾਂ ਦਾ ਜੀ, ਇਹਦੀ ਵਾਈਫ ਕਰਦੇ ਆ, ਅਹਿਮਦ ਦੀ ਵਾਈਫ ਕਰਦੇ ਨੇ। ਇਹ ਬਹੁਤ ਅੱਛੀ ਗੱਲ ਹੈ ਜੀ, ਜਿਹੜੀਆਂ ਲੇਡੀਜ਼ ਨੇ ਉਹਨਾਂ ਦਾ ਇਲਾਜ ਜਿਹੜਾ ਉਹ ਔਰਤਾਂ ਹੀ ਕਰਦੀਆਂ, ਬਹੁਤ ਅੱਛੀ ਗੱਲ ਹੈ। ਹਾਂਜੀ, ਤੇ ਮਾਸ਼ਾਅੱਲਾ ਰੌਣਕ ਲੱਗੀ ਰਹਿੰਦੀ ਜੀ। ਅੱਲਾਹ ਤਾਲਾ ਸ਼ਿਫਾ ਦੇਣੀ, ਬੰਦਾ ਤੇ ਕੋਸ਼ਿਸ਼ ਕਰਦਾ ਹੈ ਜੀ। ਅਲਹਮਦੁਲਿਲਾ ਜੀ, ਇਹ ਲੋਕ ਇਹਨਾਂ ਕੋਲ ਫੈਜ਼ਯਾਬ ਹੁੰਦੇ ਨੇ ਜੀ, ਸਿਹਤਯਾਬ ਹੁੰਦੇ ਨੇ, ਤੇ ਲੋਕ ਆਉਂਦੇ ਨੇ, ਇਹ ਬੇਲੌਸ ਲੋਕਾਂ ਦੀ ਖਿਦਮਤ ਕਰ ਰਹੇ ਨੇ। ਅੱਲਾਹ ਤਾਲਾ ਨੂੰ ਅਜਰ ਦੇਗਾ ਜੀ। ਹਾਂਜੀ, ਮੈਂ ਜੀ ਰਿਕਮੈਂਡ ਕਰਾਂਗਾ ਜ਼ਰੂਰ, ਕਿਉਂਕਿ ਇਹ ਦਿਲੀ ਤੋਂ ਤੇ ਬਹੁਤ ਅੱਛੇ ਇਨਸਾਨ ਨੇ, ਤੇ ਕਾਫੀ ਕੋਆਪਰੇਟਿਵ ਨੇ ਜਿੰਨੇ ਵੀ ਲੋਕ ਆਉਂਦੇ ਨੇ ਉਹਨਾਂ ਨਾਲ। ਤੇ ਤੁਸੀਂ ਜ਼ਰੂਰ ਇੱਕ ਵਾਰੀ ਚੱਕਰ ਲਾਓ। ਅਗਰ ਕਿਸੇ ਨੂੰ ਮੋਹਰਿਆਂ ਦਾ ਮਸਲਾ ਹੈ, ਕਿਸੇ ਨੂੰ ਡਿਸਕ ਦਾ ਮਸਲਾ ਹੈ, ਕਿਸੇ ਨੂੰ ਇੱਕ ਬੁਲਾਵਾ ਪੈ ਜਾਂਦਾ, ਆਮ ਪੰਜਾਬੀ ਜ਼ਬਾਨ ਦੀ ਲਫ਼ਜ਼ ਅਸਲ ਤੇ ਇਹ ਮਸਾਇਲ ਕਿਉਂ ਪੈਦਾ ਹੁੰਦੇ ਨੇ? ਇਹ ਮਸਾਇਲ ਇਸ ਵਜ੍ਹਾ ਤੋਂ ਪੈਦਾ ਹੁੰਦੇ ਨੇ, ਸਾਡੀ ਜਿਹੜੀ ਯੰਗ ਜਨਰੇਸ਼ਨ ਹੈ ਅਕਸਰ ਹੀ ਵਿਹਲੀ ਰਹਿੰਦੀ ਹੈ, ਤੇ ਜਦੋਂ ਕਦਾਈ ਉਹਨਾਂ ਨੂੰ ਕੋਈ ਕੰਮ ਕਰਨਾ ਪੈ ਜਾਏ, ਕੋਈ ਚੀਜ਼ ਚੁੱਕੀ ਉਹਨਾਂ ਨੂੰ ਬੁਲਾਵਾ ਪੈ ਗਿਆ, ਕੋਈ ਮਸਲਾ ਬਣ ਗਿਆ, ਇਹ ਤਾਂ ਹੁੰਦਾ। ਕੰਮ ਕਰਦੇ ਰਹੀਏ ਤੇ ਫਿਰ ਅਸੀਂ ਫਿੱਟ ਰਹੀਏ, ਕਿਉਂ ਸਰ? ਬਿਲਕੁਲ ਜੀ, ਬਿਲਕੁਲ, ਇਹਦੇ 'ਚ ਕੋਈ ਸ਼ੱਕ ਨਹੀਂ। ਪਰਸਨਲੀ ਮੈਂ ਵੀ ਜ਼ਾਤੀ ਤੌਰ ਤੇ ਰਿਕਮੈਂਡ ਕਰਾਂਗਾ, ਅਗਰ ਕਿਸੇ ਨੂੰ ਬੈਕ ਪ੍ਰੋਬਲਮ ਹੈ, ਜੁਆਇੰਟ ਦਾ ਕੋਈ ਪ੍ਰੋਬਲਮ ਹੈ, ਜਾਂ ਕਿਸੇ ਵੀ ਕਿਸਮ ਦੀ ਦਰਦ ਦਾ ਪ੍ਰੋਬਲਮ ਹੈ ਜੋੜਾਂ ਦੇ ਵਿੱਚ, ਤੇ ਉਹਦੇ ਵਾਸਤੇ ਪਰਸਨਲੀ ਰਿਕਮੈਂਡ ਕਰਾਂਗਾ ਕਿ ਜਨਾਬ ਕਾਰੀ ਸਾਹਿਬ ਨਾਲ ਰਾਬਤਾ ਕਰੋ ਔਰ ਆਪਣੇ ਜਿਹੜਾ ਨਾ ਜੀ ਇਲਾਜ ਪਰਫੈਕਟ ਤਰੀਕੇ ਨਾਲ ਕਰਨਗੇ। ਥੈਂਕ ਯੂ। ਤੁਸੀਂ ਦਮ ਵੀ ਕਰਦੇ ਜਨਾਬ? ਜੀ ਅਲਹਮਦੁਲਿਲਾ, ਦਮ ਨਾਲ ਲਾਜ਼ਮੀ ਮੈਂ ਕਰਨਾ ਜੀ, ਕਿਉਂਕਿ ਜੀ ਕੁਰਾਨ ਸ਼ਿਫਾ ਹੈ, ਤੇ ਮੈਂ ਇਸ ਵਜ੍ਹਾ ਤੋਂ ਦਮ ਕਰਨਾ ਕਿ ਕੁਰਾਨ ਸ਼ਿਫਾ ਹੈ, ਤੇ ਸਾਰੇ ਲੋਕਾਂ ਦੀ ਰਹਿਨੁਮਾਈ ਜਿਹੜੀ ਨਾ ਕੁਰਾਨ ਹੀ ਕਰਦਾ ਹੈ। ਅਸੀਂ ਮੁਸਲਮਾਨ ਹੋਣ ਦੇ ਨਾਲ ਸਾਡਾ ਯਕੀਨ ਹੋਣਾ ਚਾਹੀਦਾ ਹੈ ਕਿ ਅੱਲਾਹ ਪਾਕ ਸ਼ਿਫਾ ਲਾਜ਼ਮੀ ਦੇਗਾ, ਤੇ ਕੁਰਾਨ ਨੂੰ ਇਸੇ ਵਜ੍ਹਾ ਤੋਂ ਹੀ ਪੜ੍ਹਿਆ ਜਾਂਦਾ। ਨਾਲ ਦਵਾਈ, ਦਮ, ਦਾਰੂ ਸਾਰਾ ਕੁਝ ਅਸੀਂ ਇਕੱਠੇ ਹੀ ਕਰਨਾ ਜੀ। ਠੀਕ ਹੈ ਜੀ। ਲਓ ਜੀ ਦੋਸਤੋ, ਕਾਰੀ ਸਾਹਿਬ ਦਾ ਕਹਿਣਾ ਹੈ ਕਿ ਪਹਿਲੇ ਚੱਕਰ ਦੇ ਵਿੱਚ ਇਨਸ਼ਾਅੱਲਾ ਜਿਹੜਾ ਮਰੀਜ਼ ਹੈ ਨਾ 50 ਤੋਂ 70% ਠੀਕ ਹੋ ਜਾਂਦਾ ਹੈ। ਤੁਸੀਂ ਜ਼ਰੂਰ ਚੱਕਰ ਲਾਓ, ਤੇ ਇਹ ਸਾਡੀ ਵੀਡੀਓ ਨੂੰ ਸਦਕਾ ਜਾਰੀਆ ਸਮਝ ਕੇ ਇਹਨੂੰ ਸ਼ੇਅਰ ਜ਼ਰੂਰ ਕਰੋ ਦੋਸਤਾਂ ਕੇ। ਹੋ ਸਕਦਾ ਤੁਹਾਡੇ ਸ਼ੇਅਰ ਕਰਨ ਨਾਲ ਕਿਸੇ ਹੋਰ ਦੋਸਤ ਦਾ ਉਹਦੀ ਜ਼ਿੰਦਗੀ ਦੇ ਵਿੱਚੋਂ ਇਹ ਮੁਸੀਬਤਾਂ ਖਤਮ ਹੋ ਜਾਣ, ਤਾਂ ਉਹਦਾ ਭਲਾ ਹੋ ਜਾਵੇ। ਬਹੁਤ ਸ਼ੁਕਰੀਆ ਜੀ। ਮੈਂ ਅਸਗਰ ਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼।